ਸਤਿ ਸ਼੍ਰੀ ਅਕਾਲ ਜੀ ਸਾਰਿਆਂ ਬੱਚਿਆਂ ਨੂੰ। ਮਾਈਸੈਲਫ ਇਜ਼ ਹਰਵਿੰਦਰ ਸਿੰਘ, ਕੰਪਿਊਟਰ ਫੈਕਲਟੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚਗਾਵਾਂ ਸਾਤਪੁਰ, ਬਲਾਕ ਟਸਿਕਾ, ਡਿਸਟ੍ਰਿਕਟ ਅੰਮ੍ਰਿਤਸਰ। ਅੱਜ ਮੈਂ 7th ਕਲਾਸ ਦਾ ਕੰਪਿਊਟਰ ਸਾਇੰਸ ਦਾ 3rd ਚੈਪਟਰ ਸਟੋਰੇਜ ਡਿਵਾਈਸਿਸ ਲੈ ਕੇ ਆਇਆ ਜੀ। ਉਹਦੇ ਬਾਰੇ ਆਪਾਂ ਅੱਜ ਪੜ੍ਹਾਂਗੇ। ਮੈਮਰੀ ਬਾਰੇ ਪੜ੍ਹਾਂਗੇ, ਮੈਮਰੀ ਕੀ ਹੈ, ਮੈਮਰੀ ਦੀ ਵਰਤੋਂ ਕਿਵੇਂ ਹੁੰਦੀ ਹੈ, ਮੈਮਰੀ ਦੇ ਕਿਸਮਾਂ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ। ਚਲੋ ਲੈਟਸ ਸਟਾਰਟ ਕਰਦੇ ਹਾਂ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਮੈਮਰੀ ਕੀ ਹੈ। ਕਹਿੰਦਾ ਕਿ ਕੋਈ ਵੀ ਮਾਧਿਅਮ ਜਿਸ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਹੋਵੇ ਉਹਨੂੰ ਅਸੀਂ ਮੈਮਰੀ ਕਹਿ ਦਿੰਦੇ ਹਾਂ। ਕੋਈ ਵੀ ਡਿਵਾਈਸ ਹੋ ਸਕਦੀ ਆ, ਕੋਈ ਵੀ ਮਾਧਿਅਮ ਹੋ ਸਕਦਾ ਜਿਸ ਵਿੱਚ ਡਾਟਾ ਸਟੋਰ ਕੀਤਾ ਗਿਆ ਹੁੰਦਾ ਹੈ, ਦੈਟ ਇਜ਼ ਯੋਰ ਮੈਮਰੀ। ਇਹਦੇ ਵਿੱਚ ਡਾਟਾ ਨੂੰ, ਹਦਾਇਤਾਂ ਨੂੰ ਅਸਥਾਈ ਜਾਂ ਸਥਾਈ ਤੌਰ ਤੇ, ਟੈਂਪਰੇਰੀ ਜਾਂ ਪਰਮਾਨੈਂਟ, ਦੋਨੋਂ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਡਾਟਾ ਸਟੋਰ ਕਰ ਸਕਦੇ ਹਾਂ। ਮੈਮਰੀ ਜਿਵੇਂ ਮਨੁੱਖ ਦਾ ਦਿਮਾਗ ਹੁੰਦਾ ਹੈ, ਤਿਵੇਂ ਹੀ ਕੰਪਿਊਟਰ ਦਾ ਡਾਟਾ ਸਟੋਰ ਕਰਨ ਲਈ ਵੀ ਆਪਾਂ ਮੈਮਰੀ ਨੂੰ ਯੂਜ਼ ਕਰਦੇ ਹਾਂ। ਇਸ ਕਰਕੇ ਅਸੀਂ ਜਿਹੜੀ ਮੈਮਰੀ ਨੂੰ ਕੰਪਿਊਟਰ ਦਾ ਦਿਮਾਗ ਵੀ ਕਹਿ ਦਿੰਦੇ ਹਾਂ। ਕੰਪਿਊਟਰ ਮੈਮਰੀ ਕੰਪਿਊਟਰ ਵਿੱਚ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਪ੍ਰੋਸੈਸ ਕਰਨ ਲਈ ਡਾਟਾ ਤੇ ਹਦਾਇਤਾਂ ਨੂੰ ਰੱਖਿਆ ਹੁੰਦਾ ਹੈ। ਕੰਪਿਊਟਰ ਡਾਟਾ ਨੂੰ ਡਿਜੀਟਲ ਫਾਰਮੈਟ ਵਿੱਚ ਸਟੋਰ ਕਰਦਾ ਹੈ ਤੇ ਸਮੇਂ ਦੇ ਨਾਲ, ਜਿਵੇਂ ਆਪਾਂ ਦੇਖਦੇ ਨਾ ਕਿ ਮਨੁੱਖ ਦੀ ਯਾਦਦਾਸ਼ਤ ਟਾਈਮ ਦੇ ਨਾਲ ਜਿਹੜੀ ਧੁੰਦਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿ ਕੁਝ ਚੀਜ਼ਾਂ ਨੂੰ ਯਾਦ ਨਹੀਂ ਰਹਿੰਦੀਆਂ, ਬਟ ਕੰਪਿਊਟਰ ਦੀ ਮੈਮਰੀ ਦਾ ਐਵੇਂ ਨਹੀਂ ਆ। ਇਹਦੇ ਵਿੱਚ ਜੋ ਇੱਕ ਵਾਰ ਅਸੀਂ ਡਾਟਾ ਸਟੋਰ ਕਰਤਾ, ਉਹਨੂੰ ਤੁਸੀਂ ਇਨ ਫਿਊਚਰ ਕਦੇ ਵੀ ਯੂਜ਼ ਕਰ ਸਕਦੇ ਹੋ ਔਰ ਕਦੇ ਵੀ ਨਸ਼ਟ ਨਹੀਂ ਹੁੰਦੀ। ਇਹ ਹੈਗੀ ਸਾਡੀ ਕੰਪਿਊਟਰ ਦੀ ਮੈਮਰੀ। ਕੰਪਿਊਟਰ ਦੀ ਮੈਮਰੀ ਦੀ ਅਗਰ ਕਿਸਮਾਂ ਬਾਰੇ ਪੜ੍ਹਦੇ ਹਾਂ ਜੀ, ਦੋ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਜੀ ਪ੍ਰਾਇਮਰੀ ਮੈਮਰੀ ਔਰ ਇੱਕ ਹੁੰਦੀ ਹੈ ਜੀ ਸੈਕੰਡਰੀ ਮੈਮਰੀ। ਸੋ ਸਭ ਤੋਂ ਪਹਿਲਾਂ ਅਸੀਂ ਪ੍ਰਾਇਮਰੀ ਮੈਮਰੀ ਬਾਰੇ ਜਾਣਦੇ ਹਾਂ ਜੀ। ਪ੍ਰਾਇਮਰੀ ਮੈਮਰੀ ਸਾਡੀ, ਉਹਨੂੰ ਆਪਾਂ ਅੰਦਰੂਨੀ ਮੈਮਰੀ ਵੀ ਕਹਿ ਦਿੰਦੇ ਹਾਂ। ਇਹ ਸਿਰਫ ਉਹਨਾਂ ਡਾਟਾ ਤੇ ਹਦਾਇਤਾਂ ਨੂੰ ਸਟੋਰ ਕਰਦੀ ਹੈ ਜੀ ਜਿਨ੍ਹਾਂ ਉੱਤੇ ਕੰਪਿਊਟਰ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਇਸ ਵਿੱਚ ਮਾਈਕਰੋ ਕੰਡਕਟਰ ਵਰਤੇ ਜਾਂਦੇ ਹਨ ਜੋ ਕਿ ਬਹੁਤ ਤੇਜ਼ ਅਤੇ ਵਿਸ਼ੇਸ਼ ਕਿਸਮ ਦੇ ਇਲੈਕਟ੍ਰੋਨਿਕ ਸਰਕਟ ਹੁੰਦੇ ਹਨ। ਸੋ ਪ੍ਰਾਇਮਰੀ ਮੈਮਰੀ ਜਿਹੜੀ ਆ ਉਹ ਕੰਪਿਊਟਰ ਦੀ ਮੇਨ ਮੈਮਰੀ ਆ। ਜਦੋਂ ਵੀ ਅਸੀਂ ਕੰਪਿਊਟਰ ਦੇ ਵਿੱਚ ਕੋਈ ਕੰਮ ਕਰਦੇ ਹਾਂ ਤਾਂ ਉਹ ਅਸੀਂ ਹਮੇਸ਼ਾ ਪ੍ਰਾਇਮਰੀ ਮੈਮਰੀ ਦੇ ਵਿੱਚ ਹੀ ਕਰ ਰਹੇ ਹੁੰਦੇ ਹਾਂ। ਪ੍ਰਾਇਮਰੀ ਮੈਮਰੀ ਦੀ ਸਟੋਰੇਜ ਸਮਰੱਥਾ ਘੱਟ ਹੁੰਦੀ ਹੈ ਤੇ ਬਿਜਲੀ ਦੇ ਬੰਦ ਹੋਣ ਨਾਲ ਇਸ ਵਿਚਲਾ ਡਾਟਾ ਨਸ਼ਟ ਹੋ ਜਾਂਦਾ। ਸੋ ਦੈਟ ਮੀਨਸ ਕਿ ਜਦੋਂ ਮੰਨ ਲਓ ਤੁਸੀਂ ਕੰਪਿਊਟਰ ਉੱਤੇ ਕੋਈ ਕੰਮ ਕਰ ਰਹੇ ਹੋ, ਕਿਸੇ ਫਾਈਲ ਦਾ ਤੁਸੀਂ ਟਾਈਪਿੰਗ ਕਰ ਰਹੇ ਹੋ, ਜਾਂ ਕੋਈ ਫਾਈਲ ਜਿਹੜੀ ਆ MS ਵਰਡ ਵਿੱਚ ਜਾਂ MS ਪੇਂਟ ਵਿੱਚ ਕੋਈ ਫਾਈਲ ਬਣਾ ਰਹੇ ਹੋ, ਔਰ ਬਣਾਉਂਦਿਆਂ ਤੁਹਾਡੀ ਪਾਵਰ ਕੱਟ ਹੋ ਜਾਂਦੀ ਹੈ, ਤੁਹਾਡਾ ਸਿਸਟਮ ਬੰਦ ਹੋ ਜਾਂਦਾ ਹੈ, ਤਾਂ ਜਦੋਂ ਤੁਸੀਂ ਦੁਬਾਰਾ ਆਪਣਾ ਸਿਸਟਮ ਲੌਗਇਨ ਕਰੋਗੇ ਤਾਂ ਜੋ ਤੁਸੀਂ ਫਾਈਲ ਬਣਾਈ ਹੋਊਗੀ ਉਹ ਤੁਹਾਨੂੰ ਦੁਬਾਰਾ ਨਜ਼ਰ ਨਹੀਂ ਆਵੇਗੀ, ਉਹ ਨਸ਼ਟ ਹੋ ਜਾਵੇਗੀ। ਸੋ ਇਸ ਲਈ ਤੁਹਾਨੂੰ ਕਿਹਾ ਜਾਂਦਾ ਕਿ ਜਦੋਂ ਵੀ ਤੁਸੀਂ ਫਾਈਲ ਕੁਝ ਬਣਾਉਂਦੇ ਹੋ ਜਾਂ ਕੁਝ ਟਾਈਪ ਕਰਦੇ ਹੋ ਜਾਂ ਕੋਈ ਇਹਦੇ ਤੇ ਕੰਮ ਕਰਦੇ ਹੋ, ਤੇ ਨਾਲ ਦੀ ਨਾਲ ਆਪਣੀ ਫਾਈਲ ਨੂੰ ਸੇਵ ਕਰਦੇ ਰਹੋ, ਤਾਂ ਕਿ ਜਦੋਂ ਤੁਸੀਂ ਫਾਈਲ ਸੇਵ ਕਰੋਗੇ ਉਹ ਪ੍ਰਾਇਮਰੀ ਮੈਮਰੀ ਵਿੱਚੋਂ ਨਿਕਲ ਕੇ ਸੈਕੰਡਰੀ ਮੈਮਰੀ ਵਿੱਚ ਚਲੀ ਜਾਵੇਗੀ। ਸੈਕੰਡਰੀ ਮੈਮਰੀ ਜੋ ਕਿ ਪਰਮਾਨੈਂਟ ਮੈਮਰੀ ਹੈ ਔਰ ਉਹਦੇ ਵਿੱਚ ਪੱਕੇ ਤੌਰ ਤੇ ਸੇਵ ਹੋ ਜਾਏਗੀ, ਔਰ ਕੰਪਿਊਟਰ ਦੇ ਬੰਦ ਹੋਣ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਹੈ ਉਹ ਨਸ਼ਟ ਨਹੀਂ ਹੋਵੇਗੀ। ਸੋ ਅੱਗੇ ਅਸੀਂ ਦੇਖਦੇ ਹਾਂ ਜੀ ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ। ਦੋ ਤਰ੍ਹਾਂ ਦੀਆਂ ਕਿਸਮਾਂ ਜੀ, ਰੋਮ ਅਤੇ ਰੈਮ। ਰੋਮ ਤੋਂ ਭਾਵ ਹੈ ਜੀ ਰੀਡ ਓਨਲੀ ਮੈਮਰੀ, ਇੱਕ ਛੋਟੀ ਚਿਪ ਹੁੰਦੀ ਹੈ ਜੋ ਕਿ CPU ਦੇ ਵਿੱਚ ਲੱਗੀ ਹੁੰਦੀ ਹੈ, ਔਰ ਇਹ 'ਚ ਪ੍ਰੀ ਇੰਸਟਾਲ ਜਾਂ ਜਿਹੜੇ ਆ ਸੌਫਟਵੇਅਰ ਇਹਦੇ 'ਚ ਇੰਸਟਾਲ ਕੀਤੇ ਗਏ ਹੁੰਦੇ ਆ, ਔਰ ਇਹ ਸਾਡੇ CPU ਦੇ ਵਿੱਚ ਸਾਡੇ ਆਪਰੇਟਿੰਗ ਸਿਸਟਮ ਲਈ ਬੜੇ ਲਾਭਦਾਇਕ ਜਿਹੜੀ ਆ ਸੌਫਟਵੇਅਰ ਹੁੰਦੇ ਆ ਜੋ ਕਿ ਅਸੀਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਰੈਮ, ਦੈਟ ਇਜ਼ ਰੈਂਡਮ ਐਕਸੈਸ ਮੈਮਰੀ। ਰੈਮ ਕੰਪਿਊਟਰ ਮੈਮਰੀ ਦਾ ਉਹ ਹਿੱਸਾ ਹੈ ਜੋ ਕਿ ਉਸ ਸਮੇਂ ਚੱਲ ਰਹੇ ਪ੍ਰੋਗਰਾਮਾਂ ਤੇ ਡਾਟਾ ਦਾ ਲੇਖਾ ਜੋਖਾ ਰੱਖਦਾ। ਸੋ ਜੋ ਪ੍ਰੈਜੈਂਟਲੀ ਅਸੀਂ ਕੰਮ ਕਰ ਰਹੇ ਹਾਂ ਕੰਪਿਊਟਰ ਦੇ ਵਿੱਚ, ਉਹ ਸਾਰਾ ਕੰਮ ਜਿਹੜਾ ਉਹ ਰੈਮ ਦੇ ਥਰੂ ਹੀ ਹੋ ਰਿਹਾ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਇੱਕ ਚਿਪ ਹੈ ਜੀ ਜਿਹੜੀ ਕਿ CPU ਦੇ ਵਿੱਚ ਲੱਗੀ ਹੁੰਦੀ ਹੈ। ਠੀਕ ਹੈ ਜੀ। ਇਹਦੀ ਸਟੋਰੇਜ ਸਮਰੱਥਾ ਸੈਕੰਡਰੀ ਡਿਵਾਈਸਿਸ ਦੇ ਮੁਕਾਬਲੇ ਜਾਂ ਸੈਕੰਡਰੀ ਮੈਮਰੀ ਦੇ ਮੁਕਾਬਲੇ ਘੱਟ ਹੁੰਦੀ ਹੈ, ਬਟ ਇਹਦੀ ਪ੍ਰੋਸੈਸਿੰਗ ਸਪੀਡ ਜਿਹੜੀ ਹੈ ਸੈਕੰਡਰੀ ਡਿਵਾਈਸਿਸ ਦੇ ਮੁਕਾਬਲੇ ਜਾਂ ਸੈਕੰਡਰੀ ਮੈਮਰੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਅਸੀਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤਾਂ ਉਸ ਸਮੇਂ ਪ੍ਰੋਗਰਾਮ ਦਾ ਇੰਟਰਫੇਸ, ਉਸ ਨਾਲ ਸੰਬੰਧਿਤ ਕੰਮ ਵੀ ਰੈਮ ਵਿੱਚ ਲੋਡ ਕੀਤੇ ਜਾਂਦੇ ਹਨ। ਰੈਮ ਇੱਕ ਬਹੁਤ ਤੇਜ਼ ਰਫ਼ਤਾਰ ਕਿਸਮ ਦੀ ਮੈਮਰੀ ਹੁੰਦੀ ਹੈ ਜੋ ਕਿ ਚੱਲ ਰਹੇ ਪ੍ਰੋਗਰਾਮਾਂ ਨੂੰ ਅਤੇ ਪ੍ਰੋਸੈਸਾਂ ਨੂੰ ਸਟੋਰ ਕਰਨ ਵਿੱਚ ਸਮਰੱਥ ਬਣਾਉਂਦੀ ਹੈ ਜੀ। ਉਸ ਤੋਂ ਬਾਅਦ ਆ ਗਈ ਜੀ ਸਾਡੀ ਸੈਕੰਡਰੀ ਮੈਮਰੀ। ਇਹਨੂੰ ਅਸੀਂ ਬਾਹਰੀ ਮੈਮਰੀ ਜਾਂ ਐਕਸਟਰਨਲ ਮੈਮਰੀ ਜਾਂ ਫਿਜ਼ੀਕਲ ਮੈਮਰੀ ਜਾਂ ਐਗਜ਼ੀਲਰੀ ਮੈਮਰੀ ਵੀ ਕਹਿ ਦਿੰਦੇ ਹਾਂ, ਔਰ ਇਹ ਪਰਮਾਨੈਂਟ ਮੈਮਰੀ ਆ। ਦੈਟ ਮੀਨਸ ਕਿ ਸਿਸਟਮ ਦੇ ਬੰਦ ਹੋਣ ਤੋਂ ਬਾਅਦ ਇਹਦੇ ਵਿੱਚ ਪਿਆ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ। ਸੋ ਇਹਦੀਆਂ ਕੁਝ ਐਗਜ਼ਾਮਪਲਸ ਨੇ ਸੈਕੰਡਰੀ ਮੈਮਰੀ ਦੀਆਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਾਰਡ ਡਿਸਕ ਬਾਰੇ ਪੜਾਂਗੇ ਜੀ। ਹਾਰਡ ਡਿਸਕ ਜਿਹੜੀ ਆ ਸਾਡੇ CPU ਦੇ ਅੰਦਰ ਲੱਗੀ ਹੁੰਦੀ ਹੈ। ਇਹ ਇਹਦੀ ਡਾਇਗਰਾਮ ਹੈ ਜੀ ਹਾਰਡ ਡਿਸਕ ਦੀ, ਬਾਹਰੀ ਡਾਇਗਰਾਮ। ਇਹ ਦਾ ਅੰਦਰੂਨੀ ਪਾਰਟ ਹੈ ਜੀ ਹਾਰਡ ਡਿਸਕ ਦਾ।
ਸੋ ਇਹ ਸਾਡੇ CPU ਦੇ ਅੰਦਰ ਲੱਗੀ ਹੁੰਦੀ ਹੈ ਜੀ। ਸੋ ਜਿੰਨਾ ਵੀ ਕੰਮ ਅਸੀਂ ਕੰਪਿਊਟਰ ਦੇ ਵਿੱਚ ਕਰਦੇ ਹਾਂ, ਜੋ ਵੀ ਡਾਟਾ ਅਸੀਂ ਕੰਪਿਊਟਰ ਦੇ ਵਿੱਚ ਸਟੋਰ ਕਰਦੇ ਹਾਂ, ਸੇਵ ਕਰਦੇ ਹਾਂ, ਉਹ ਸਾਰਾ ਹੀ ਸਾਡਾ ਹਾਰਡ ਡਿਸਕ ਵਿੱਚ ਜਾ ਕੇ ਜਿਹੜਾ ਵਾ ਪਰਮਾਨੈਂਟਲੀ ਜਿਹੜਾ ਵਾ ਸੇਵ ਹੋ ਜਾਂਦਾ ਹੈ, ਔਰ ਅਸੀਂ ਇਨ ਫਿਊਚਰ ਕਦੇ ਵੀ ਇਹਦੇ ਚੋਂ ਯੂਜ਼ ਕਰ ਸਕਦੇ ਹਾਂ। ਔਰ ਇਹਦੇ 'ਚ ਇੱਕ ਗੱਲ ਯਾਦ ਰੱਖਣ ਵਾਲੀ ਹੈ ਜੀ, CPU ਨੂੰ ਅਸੈਸ ਕਰਨ, ਜਦੋਂ CPU ਨੂੰ ਕਿਸੇ ਵੀ ਡਾਟੇ ਨੇ ਆਪਾਂ ਅਸੈਸ ਕਰਨਾ ਹੈ, ਉਹ ਜਿਹੜੀ ਸੈਕੰਡਰੀ ਸਟੋਰੇਜ ਜਾਂ ਸੈਕੰਡਰੀ ਮੈਮਰੀ ਉਹ ਡਾਇਰੈਕਟ CPU ਦੇ ਨਾਲ ਕੰਟੈਕਟ ਨਹੀਂ ਕਰਦੀ। ਕੋਈ ਵੀ ਡਾਟੇ ਨੂੰ CPU ਤੱਕ ਪਹੁੰਚਾਉਣ ਲਈ ਸਾਨੂੰ ਪ੍ਰਾਇਮਰੀ ਮੈਮਰੀ ਦਾ ਸਹਾਰਾ ਜਿਹੜਾ ਉਹ ਲੈਣਾ ਪੈਂਦਾ ਹੈ। ਮੇਨ ਮੈਮਰੀ ਦੇ ਥਰੂ ਹੀ ਸਾਰਾ ਕੰਮ ਜਿਹੜਾ ਉਹ ਚੱਲਦਾ ਆ। ਸੋ ਹਾਰਡ ਡਿਸਕ ਕੀ ਆ ਕਿ ਇਹਦੇ ਤੇ ਇੱਕ ਪਲੇਟਾਂ ਬਣੀਆਂ ਹੁੰਦੀਆਂ ਹਨ। ਉਹ ਪਲੇਟਾਂ ਦੇ ਵਿੱਚ ਕੁਝ ਸੈਕਟਰ ਬਣੇ ਹੁੰਦੇ ਨੇ ਔਰ ਟਰੈਕਸ ਬਣੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਡਾਟਾ ਸਟੋਰ ਕੀਤਾ ਗਿਆ ਹੁੰਦਾ ਹੈ, ਔਰ ਅਸੀਂ ਉਹ ਡਾਟੇ ਨੂੰ ਯੂਜ਼ ਕਰ ਸਕਦੇ ਹਾਂ। ਬਾਜ਼ਾਰ ਦੇ ਵਿੱਚ ਕਾਫੀ ਸਾਰੀ ਕੈਪੈਸਿਟੀ ਵਾਲੀਆਂ ਹਾਰਡ ਡਿਸਕ ਅਵੇਲੇਬਲ ਹੈ, 20 GB ਤੋਂ ਲੈ ਕੇ 500 GB ਤੱਕ, ਔਰ ਈਵਨ 1 TB ਤੱਕ ਦੀਆਂ ਜਿਹੜੀਆਂ ਹਾਰਡ ਡਿਸਕ ਵੀ ਜਿਹੜੀਆਂ ਬਾਜ਼ਾਰ ਦੇ ਵਿੱਚ ਅਵੇਲੇਬਲ ਨੇ। ਉਸ ਤੋਂ ਬਾਅਦ ਆ ਗਿਆ ਜੀ ਇਹ ਤਾਂ ਸੀਗੀ ਜੀ ਇੰਟਰਨਲ ਹਾਰਡ ਡਿਸਕ, ਜੋ ਕਿ CPU ਦੇ ਅੰਦਰ ਲੱਗੀ ਹੁੰਦੀ ਹੈ। ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਐਕਸਟਰਨਲ। ਐਕਸਟਰਨਲ ਦਾ ਮਤਲਬ ਹੁੰਦਾ ਜੀ ਬਾਹਰੀ, ਲਾਈਕ ਜਿਵੇਂ ਪੈਨ ਡਰਾਈਵ ਹੈ, ਅਸੀਂ ਬਾਹਰੋਂ ਲਿਆ ਕੇ CPU ਨਾਲ ਲਾ ਦਿੰਦੇ ਹਾਂ, ਲੈਪਟਾਪ ਨਾਲ ਲਾ ਦਿੰਦੇ ਹਾਂ, ਡਾਟਾ ਟਰਾਂਸਫਰ ਕਰਦੇ ਹਾਂ, ਵਾਪਸ ਉਹਨੂੰ ਉਤਾਰਦੇ ਹਾਂ ਔਰ ਜੇਬ 'ਚ ਪਾ ਕੇ ਆਪਾਂ ਨੂੰ ਲੈ ਜਾਂਦੇ ਹਾਂ। ਸਿਮਿਲਰਲੀ ਸਾਡੇ ਕੋਲ ਐਕਸਟਰਨਲ ਹਾਰਡ ਡਰਾਈਵ ਹੁੰਦੀ ਹੈ ਜੀ, ਇਹਨੂੰ ਵੀ ਅਸੀਂ ਇੱਕ ਪੈਨ ਡਰਾਈਵ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਲਾਈਕ ਮੰਨ ਲਓ ਸਾਡੇ ਕੋਲ ਬਹੁਤ ਸਾਰਾ ਡਾਟਾ ਆ ਔਰ ਉਹ ਸਾਡੀ ਜਿਹੜੀ ਇੰਟਰਨਲ ਹਾਰਡ ਡਰਾਈਵ ਹੈ, ਅਸੀਂ ਉਹਦੇ 'ਚ ਉਹ ਡਾਟਾ ਪੂਰਾ ਨਹੀਂ ਆ ਰਿਹਾ, ਜਾਂ ਅਸੀਂ ਉਹਨੂੰ ਸੈਪਰੇਟਲੀ ਬੈਕਅਪ ਉਹਦਾ ਲੈ ਕੇ ਰੱਖਣਾ ਚਾਹੁੰਦੇ ਹਾਂ, ਤਾਂ ਅਸੀਂ ਐਕਸਟਰਨਲ ਹਾਰਡ ਡਰਾਈਵ ਜਿਹੜੀ ਯੂਜ਼ ਕਰ ਸਕਦੇ ਹਾਂ। 1 TB ਦੀ, 500 GB ਦੀ ਤੁਸੀਂ ਆਪਣੀ ਮਰਜ਼ੀ ਨਾਲ ਲਿਆ ਸਕਦੇ ਹੋ। ਲੈਪਟਾਪ ਦੇ ਨਾਲ ਲਗਾ ਲਓ, CPU ਨਾਲ ਲਗਾ ਲਓ, ਡਾਟਾ ਟਰਾਂਸਫਰ ਕਰ ਲਓ, ਡਾਟਾ ਟਰਾਂਸਫਰ ਕਰਕੇ ਇਹਨੂੰ ਉਤਾਰ ਲਓ ਔਰ ਇਹਨੂੰ ਸੇਫ ਜਗ੍ਹਾ 'ਤੇ ਰੱਖ ਲਓ। ਤੁਸੀਂ ਐਕਸਟਰਨਲ ਹਾਰਡ ਡਿਸਕ ਨੂੰ ਐਜ਼ ਏ ਬੈਕਅਪ ਜਿਹੜਾ ਵਾ ਉਹ ਯੂਜ਼ ਕਰ ਸਕਦੇ ਹੋ। ਦੈਨ ਐਕਸਟਰਨਲ ਹਾਰਡ ਡਿਸਕ ਦੀਆਂ ਕੁਝ ਲਾਭ ਦੱਸੇ ਗਏ ਜੀ, ਇਹ ਹੈਗੇ ਜੀ ਪੋਰਟੇਬਲ। ਪੋਰਟੇਬਲ ਮੀਨਸ ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਅਸੀਂ ਆਸਾਨੀ ਨਾਲ ਲਿਜਾ ਸਕਦੇ ਹਾਂ। ਪਲੱਗ ਐਂਡ ਪਲੇ ਦੇ ਆਧਾਰ 'ਤੇ ਕੰਮ ਕਰਦੀ ਹੈ ਜੀ, ਇਹਨੂੰ ਕਿਸੇ ਵੀ ਜਗ੍ਹਾ 'ਤੇ ਲਾਓ, ਯੂਜ਼ ਕਰੋ ਔਰ ਇਹਨੂੰ ਉਤਾਰ ਲਓ ਔਰ ਲੈ ਜਾਓ, ਦੈਟ ਇਜ਼ ਪਲੱਗ ਐਂਡ ਪਲੇ। ਬੈਕਅਪ ਰੱਖਣ ਲਈ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਵੱਡੀਆਂ ਵੱਡੀਆਂ ਮਿਊਜ਼ਿਕ ਫਾਈਲਸ, ਡਾਕੂਮੈਂਟਸ, ਮੂਵੀਜ਼, ਤਸਵੀਰਾਂ ਅਤੇ ਹੋਰ ਬੈਕਅਪ ਫਾਈਲਾਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਸੇਫ ਰਹਿਣ, ਉਹਨਾਂ ਤੋਂ ਕੋਈ ਨੁਕਸਾਨ ਨਾ ਹੋਵੇ, ਤਾਂ ਅਸੀਂ ਉਹਦਾ ਬੈਕਅਪ ਲੈ ਕੇ ਰੱਖ ਸਕਦੇ ਹਾਂ। ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਫਲੋਪੀ ਡਿਸਕ। ਫਲੋਪੀ ਡਿਸਕ ਇਹ ਵੀ ਇੱਕ ਰਿਮੂਵੇਬਲ ਡਿਵਾਈਸ ਹੈ ਜੀ, ਸਟੋਰੇਜ ਡਿਵਾਈਸ ਹੈ। ਅੱਜ ਕੱਲ੍ਹ ਤਾਂ ਵੈਸੇ ਇਹਦੀ ਯੂਜ਼ ਜਾਂ ਇਹਦਾ ਵਰਤੋਂ ਨਹੀਂ ਹੋ ਰਹੀ, ਬਟ ਅੱਜ ਤੋਂ ਕੋਈ 15-20 ਸਾਲ ਪਹਿਲਾਂ ਇਹਦੀ ਵਰਤੋਂ ਕਾफ़ੀ ਜ਼ਿਆਦਾ ਕੀਤੀ ਜਾਂਦੀ ਸੀਗੀ। ਇਹ ਵੀ ਇੱਕ ਸਟੋਰੇਜ ਮਾਧਿਅਮ ਸੀਗਾ, ਇਹ ਡਾਟੇ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਟਰਾਂਸਫਰ ਕਰਨ ਲਈ ਇਹਦੀ ਵਰਤੋਂ ਕੀਤੀ ਜਾਂਦੀ ਸੀਗੀ। ਬਟ ਇਹ ਸੀਗਾ ਕਿ ਇਹਦਾ ਇੱਕ ਸਾਈਜ਼ ਇਹਦਾ ਛੋਟਾ ਸੀਗਾ। ਸੈਕੰਡਲੀ ਇਹਦੇ ਵਿੱਚ ਵੱਧ ਤੋਂ ਵੱਧ ਮੈਕਸੀਮਮ ਅਸੀਂ ਡਾਟਾ ਜਿਹੜਾ 1.44 MB ਹੀ ਸਟੋਰ ਕਰ ਸਕਦੇ ਸੀਗੇ, ਇਸ ਤੋਂ ਵੱਧ ਆਪਾਂ ਡਾਟਾ ਇਹਦੇ ਵਿੱਚ ਸਟੋਰ ਨਹੀਂ ਸੀਗੇ ਕਰ ਸਕਦੇ। ਫਲੋਪੀ ਡਿਸਕ ਨੂੰ ਆਮ ਤੌਰ 'ਤੇ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਫਾਈਲਾਂ ਪਾਉਣ ਲਈ ਵਰਤਿਆ ਜਾਂਦਾ ਸੀਗਾ। ਇਹਦਾ ਮੁੱਖ ਨੁਕਸਾਨ ਇਹ ਹੈ ਕਿ ਇਹ ਆਸਾਨੀ ਨਾਲ ਖਰਾਬ ਹੋ ਜਾਂਦੀਆਂ ਹਨ ਅਤੇ ਇਸ ਲਈ ਇਹ ਜ਼ਿਆਦਾ ਭਰੋਸੇ ਲਾਇਕ ਨਹੀਂ ਹਨ। ਉਸ ਤੋਂ ਬਾਅਦ ਆ ਗਈ ਜੀ ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਇੱਕ ਸਿਕੁਐਂਸ਼ੀਅਲ ਸਟੋਰੇਜ ਮਾਧਿਅਮ ਹੈ। ਸਿਕੁਐਂਸ਼ੀਅਲ ਦਾ ਮਤਲਬ ਹੈ ਕਿ ਇਹਦੇ ਵਿੱਚ ਅਗਰ ਕੋਈ ਡਾਟਾ ਪਿਆ ਹੈ ਔਰ ਤੁਸੀਂ ਉਸ ਡਾਟੇ ਨੂੰ ਅਸੈਸ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਰਾ ਹੀ ਡਾਟਾ ਜਿਹੜਾ ਆ ਸ਼ੁਰੂ ਤੋਂ ਲੈ ਕੇ ਉਸ ਡਾਟੇ ਤੱਕ ਪਹੁੰਚਣ ਦੇ ਵਿਚਕਾਰ ਜਿੰਨਾ ਵੀ ਡਾਟਾ ਤੁਹਾਨੂੰ ਸਾਰਾ ਹੀ ਅਸੈਸ ਕਰਨਾ ਪਵੇਗਾ। ਸੋ ਜਿਵੇਂ ਕੁਝ ਸਮਾਂ ਪਹਿਲਾਂ ਜਿਵੇਂ ਸਾਡੇ ਕੋਲ ਕੁਝ ਐਵੇਂ ਦੀਆਂ ਟੇਪਸ ਹੁੰਦੀਆਂ ਸੀਗੀਆਂ, ਐਵੇਂ ਦੀਆਂ ਸਾਡੇ ਕੋਲ ਡਿਸਕਸ ਹੁੰਦੀਆਂ ਸੀਗੀਆਂ। ਸਪੋਜ਼ ਕਰਦੇ ਹਾਂ ਕਿ ਇਹਦੇ ਵਿੱਚ ਸਾਡੇ ਕੋਲ 5 ਸੌਂਗਸ ਭਰੇ ਹੋਏ ਨੇ, 5 ਸੌਂਗਸ ਡਾਊਨਲੋਡ ਕੀਤੇ ਹੋਏ ਨੇ। ਅਸੀਂ ਫੋਰਥ ਵਾਲਾ ਸੌਂਗ ਜਿਹੜਾ ਪਲੇ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ 3 ਦੇ 3 ਸੌਂਗ ਜਿਹੜੇ ਆ ਸੁਣਨੇ ਪੈਣਗੇ ਜਾਂ ਉਹਨੂੰ ਫਾਸਟ ਫਾਰਵਰਡ ਕਰਨਾ ਪਵੇਗਾ, ਫਿਰ ਅਸੀਂ ਫੋਰਥ ਵਾਲੇ ਸੌਂਗ 'ਤੇ ਪਹੁੰਚ ਸਕਦੇ ਹਾਂ। ਲੇਕਿਨ ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਵੇਂ ਸੀਡੀਜ਼ ਜਾਂ DVD ਯੂਜ਼ ਹੋ ਰਹੀਆਂ ਨੇ, ਉਹਦੇ ਵਿੱਚ ਤਾਂ ਡਾਇਰੈਕਟ ਸਾਡੇ ਸਾਹਮਣੇ ਸਾਡੇ ਕੋਲ ਡਾਟਾ ਲਿਸਟ ਹੁੰਦੀ ਹੈ ਔਰ ਅਸੀਂ ਕਿਸੇ ਵੀ ਡਾਟਾ 'ਤੇ ਕਲਿੱਕ ਕਰਕੇ ਇਹਨੂੰ ਡਾਇਰੈਕਟ ਯੂਜ਼ ਕਰ ਸਕਦੇ ਹਾਂ। ਲੇਕਿਨ ਮੈਗਨੈਟਿਕ ਟੇਪ ਵਿੱਚ ਐਵੇਂ ਨਹੀਂ ਹੁੰਦਾ, ਉਹਦੇ ਵਿੱਚ ਸਾਨੂੰ ਵਨ ਆਫਟਰ ਅਨਦਰ, ਇੱਕ ਤੋਂ ਬਾਅਦ ਇੱਕ ਸਾਨੂੰ ਉਹਨੂੰ ਜਿਹੜਾ ਸਿਕੁਐਂਸ਼ਲੀ ਯੂਜ਼ ਕਰਨਾ ਪੈਂਦਾ ਆ। ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ CD। CD ਦੀ ਫੁੱਲ ਫੋਮ ਹੈਗੀ ਜੀ ਕੰਪੈਕਟ ਡਿਸਕ। ਇਹ ਵੀ ਇੱਕ ਪੋਰਟੇਬਲ ਡਿਸਕ ਹੁੰਦੀ ਹੈ ਜੀ, ਜਿਸ ਵਿੱਚ ਅਸੀਂ 650 ਤੋਂ ਲੈ ਕੇ 700 MB ਤੱਕ ਡਾਟਾ ਸਟੋਰ ਕਰ ਸਕਦੇ ਹਾਂ ਜੀ। ਇਹਦੇ ਵਿੱਚ ਵੱਡੀ ਮਾਤਰਾ ਵਿੱਚ ਅਸੀਂ ਜਿਵੇਂ ਡਾਟਾ, ਮਿਊਜ਼ਿਕ, ਪਿਕਚਰ, ਟੈਕਸਟ ਵਗੈਰਾ ਇਹਦੇ 'ਚ ਸੇਵ ਕਰ ਸਕਦੇ ਹਾਂ। ਸੋ ਇਹਦੀ CD ਦੀ ਫੋਟੋ ਤਸਵੀਰ ਜੋ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਜੀ। ਸੋ CD ਦਾ ਇੱਕ ਪਾਸਾ ਬਹੁਤ ਚਮਕੀਲਾ ਸ਼ੀਸ਼ੇ ਦੀ ਤਰ੍ਹਾਂ ਹੁੰਦਾ ਹੈ, ਸੋ ਜਿਸ ਵਿੱਚ ਸਾਰਾ ਡਾਟਾ ਸਾਡਾ ਸਟੋਰ ਪਿਆ ਹੁੰਦਾ ਹੈ।
ਉਸ ਤੋਂ ਇਲਾਵਾ ਜੀ ਸੀਡੀ ਦੋ ਤਰ੍ਹਾਂ ਦੀ ਸੀਡੀ ਹੁੰਦੀ ਹੈ ਜੀ। ਇੱਕ ਹੁੰਦੀ ਹੈ ਜੀ ਰੀਡ ਓਨਲੀ ਔਰ ਇੱਕ ਹੁੰਦੀ ਹੈ ਜੀ ਰੀਰਾਈਟੇਬਲ ਸੀਡੀ। ਦੈਟ ਮੀਨਸ ਅਗਰ ਸਾਡੇ ਮੰਨ ਲਓ ਜਿਹੜੀ ਰੀਡ ਓਨਲੀ ਸੀਡੀ ਹੈ ਜੀ, ਇਹਦੇ ਵਿੱਚ ਇੱਕ ਵਾਰੀ ਜੋ ਡਾਟਾ ਸਟੋਰ ਹੋ ਗਿਆ ਤੇ ਉਹ ਦੁਬਾਰਾ ਜਿਹੜਾ ਵਾ ਉਹਨੂੰ ਅਸੀਂ ਰਿਮੂਵ ਕਰਕੇ ਜਾਂ ਓਵਰਰਾਈਟ ਕਰਕੇ ਦੁਬਾਰਾ ਆਪਾਂ ਡਾਟਾ ਜਿਹੜਾ ਵਾ ਉਹਦੇ ਵਿੱਚ ਸੇਵ ਨਹੀਂ ਕਰ ਸਕਦੇ। ਲੇਕਿਨ ਜਿਹੜੀ ਰੀਰਾਈਟੇਬਲ ਸੀਡੀ ਹੈ ਇਹਦੇ ਵਿੱਚ ਬਾਰ-ਬਾਰ ਅਸੀਂ ਡਾਟਾ ਜਿਹੜਾ ਵਾ ਉਹ ਸੇਵ ਵੀ ਕਰ ਸਕਦੇ ਹਾਂ ਔਰ ਉਹਨੂੰ ਅਸੀਂ ਜਿਹੜਾ ਵਾ ਦੁਬਾਰਾ ਜਿਹੜਾ ਵਾ ਉਹ ਰੀਰਾਈਟ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਡੀਵੀਡੀ। ਡੀਵੀਡੀ ਵੀ ਜਿਹੜੀ ਆ ਉਹ ਸੀਡੀ ਦੀ ਤਰ੍ਹਾਂ ਹੀ ਹੁੰਦੀ ਹੈ ਜੀ, ਬਟ ਇਹਦੀ ਸਟੋਰੇਜ ਸਮਰੱਥਾ ਜਿਹੜੀ ਹੈ ਸੀਡੀ ਨਾਲੋਂ ਜ਼ਿਆਦਾ ਹੁੰਦੀ ਹੈ, ਕਲੈਰਿਟੀ ਬਹੁਤ ਜ਼ਿਆਦਾ ਹੁੰਦੀ ਹੈ ਐਂਡ ਇਹਦੇ ਵਿੱਚ ਬਹੁਤ ਸਾਰਾ ਡਾਟਾ ਆਪਾਂ ਸਟੋਰ ਕਰ ਸਕਦੇ ਹਾਂ। 4.7 GB ਤੱਕ ਦਾ ਡਾਟਾ ਆਪਾਂ ਡੀਵੀਡੀ ਦੇ ਵਿੱਚ ਸਟੋਰ ਕਰ ਸਕਦੇ ਹਾਂ। ਸੋ ਡੀਵੀਡੀ ਅਤੇ ਸੀਡੀ ਨੂੰ ਵਰਤਣ ਲਈ ਸਾਨੂੰ ਕੁਝ ਸਾਵਧਾਨੀਆਂ ਦਿੱਤੀਆਂ ਗਈਆਂ ਨੇ, ਸਾਨੂੰ ਉਹਨਾਂ ਦਾ ਵੀ ਕੁਝ ਖਿਆਲ ਰੱਖਣਾ ਚਾਹੀਦਾ। ਜਿਵੇਂ ਜਦੋਂ ਤੁਸੀਂ ਸੀਡੀ ਡੀਵੀਡੀ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ਤਾਂ ਇਸ ਨੂੰ ਇਸਦੇ ਕਵਰ ਵਿੱਚ ਰੱਖਣਾ ਚਾਹੀਦਾ ਹੈ। ਸੀਡੀ ਡੀਵੀਡੀ ਦੇ ਚਮਕੀਲੇ ਪਾਸੇ ਨੂੰ ਛੂਹਣਾ ਨਹੀਂ ਚਾਹੀਦਾ। ਸੀਡੀ ਡੀਵੀਡੀ ਦੇ ਪਿਛਲੇ ਪਾਸੇ ਪੈਨ ਜਾਂ ਪੈਨਸਿਲ ਦੇ ਨਾਲ ਨਹੀਂ ਲਿਖਣਾ ਚਾਹੀਦਾ। ਸੀਡੀ ਡੀਵੀਡੀ ਨੂੰ ਮੋੜਨਾ ਨਹੀਂ ਚਾਹੀਦਾ ਔਰ ਸੀਡੀ ਡੀਵੀਡੀ ਨੂੰ ਸਾਫ਼ ਕਰਨ ਲਈ ਨਰਮ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੁਸੀਂ ਇਸ ਤੋਂ ਮਿੱਟੀ ਘੱਟਾ ਹਟਾਉਣ ਲਈ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਆ ਗਈ ਜੀ ਸਾਡੇ ਕੋਲ ਪੈਨ ਡਰਾਈਵ। ਪੈਨ ਡਰਾਈਵ ਨੂੰ ਆਪਾਂ USB ਵੀ ਕਹਿ ਦਿੰਦੇ ਹਾਂ ਜੀ, ਯੂਨੀਵਰਸਲ ਸੀਰੀਅਲ ਬੱਸ। ਇਹ ਆਡੀਓ, ਵੀਡੀਓ ਜਾਂ ਡਾਟਾ ਫਾਈਲਸ ਆਦਿ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਟਰਾਂਸਫਰ ਕਰਨ ਲਈ ਜਿਹੜੀ ਉਹ ਕੰਮ ਆਉਂਦੀ ਆ। ਇੱਕ ਛੋਟੇ ਜਿਹੇ ਸਾਈਜ਼ ਦੀ ਹੁੰਦੀ ਹੈ, ਜਿਹਨੂੰ ਈਜ਼ੀਲੀ ਆਪਾਂ ਪਾਕਟ ਦੇ ਵਿੱਚ ਕੈਰੀ ਕਰ ਸਕਦੇ ਹਾਂ। ਕਾਫੀ ਸਾਰਾ ਆਕਾਰ ਦੀਆਂ ਸਾਨੂੰ ਬਾਜ਼ਾਰ ਦੇ ਵਿੱਚ ਪੈਨ ਡਰਾਈਵਸ ਮਿਲ ਜਾਂਦੀਆਂ ਨੇ, ਜਿਵੇਂ 2 GB, 4 GB, 8 GB, 16 GB, 32 GB, 64 GB ਜਾਂ ਹੋਰ ਵੱਧ ਸਾਈਜ਼ ਦੀਆਂ ਆਪਾਂ ਜਿਹੜੀਆਂ ਵਾ ਬਾਜ਼ਾਰ 'ਚੋਂ ਜਿਹੜੀਆਂ ਫਲੈਸ਼ ਡਰਾਈਵ ਜਾਂ ਪੈਨ ਡਰਾਈਵ ਵੀ ਆਪਾਂ ਜਿਹੜੀਆਂ ਲਿਆ ਸਕਦੇ ਹਾਂ। ਸੋ ਮੇਨ ਮਕਸਦ ਜਿਹੜਾ ਇਹਦਾ ਪੈਨ ਡਰਾਈਵ ਦਾ ਇਹੀ ਹੈ ਜੀ, ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰਾਂਸਫਰ ਕਰਨਾ। ਸੋ ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕੋਲ ਮੈਮਰੀ ਕਾਰਡ। ਮੈਮਰੀ ਕਾਰਡ ਵੀ ਪੈਨ ਡਰਾਈਵ ਦੀ ਤਰ੍ਹਾਂ ਹੀ ਹੁੰਦਾ ਜੀ, ਪੋਰਟੇਬਲ ਡਿਵਾਈਸ ਆ। ਇਹ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਪਾਂ ਇਹਨੂੰ ਸਟੋਰ ਕਰ ਸਕਦੇ ਹਾਂ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੂੰ ਪੋਰਟ ਕਰ ਸਕਦੇ ਹਾਂ ਜੀ। ਇਹ ਇੱਕ ਤਰ੍ਹਾਂ ਦਾ ਸਟੋਰੇਜ ਮੀਡੀਆ ਜੀ, ਜਿਹਦੇ ਵਿੱਚ ਜਿਹਨੂੰ ਅਸੀਂ ਕੈਮਰੇ ਦੇ ਵਿੱਚ, ਮੋਬਾਇਲਸ ਦੇ ਵਿੱਚ, ਕੰਪਿਊਟਰ ਦੇ ਵਿੱਚ, MP3 ਪਲੇਅਰਸ ਦੇ ਵਿੱਚ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਜੀ। ਇਹਨਾਂ ਨੂੰ ਫਲੈਸ਼ ਮੈਮਰੀ ਕਾਰਡ ਵੀ ਕਿਹਾ ਜਾਂਦਾ ਹੈ। ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਮੈਮਰੀ ਕਾਰਡ ਅਵੇਲੇਬਲ ਨੇ। ਤੁਸੀਂ 1 GB, 2 GB, 8 GB, ਸੌਰੀ 16 GB, 32 GB, ਕੋਈ ਵੀ ਸਾਈਜ਼ ਦਾ ਮੈਮਰੀ ਕਾਰਡ ਆਪਾਂ ਜਿਹੜਾ ਵਾ ਬਾਜ਼ਾਰ 'ਚੋਂ ਖਰੀਦ ਸਕਦੇ ਹਾਂ। ਸੋ ਇਹ ਸੀਗਾ ਜੀ ਸਾਡਾ ਅੱਜ ਦਾ ਟੌਪਿਕ, ਸਟੋਰੇਜ ਡਿਵਾਈਸਿਸ। ਆਈ ਹੋਪ ਤੁਹਾਨੂੰ ਜ਼ਰੂਰ ਇਹ ਲੈਕਚਰ ਪਸੰਦ ਆਇਆ ਹੋਵੇਗਾ, ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਸੋ ਦੁਬਾਰਾ ਫਿਰ ਮਿਲਾਂਗੇ ਜੀ ਕੋਈ ਨਵਾਂ ਟੌਪਿਕ ਲੈ ਕੇ। ਟਿਲ ਦੈਨ, stay home, stay safe, stay healthy. Thank you.